ਤੁਹਾਡੀ ਹੀ ਭਾਸ਼ਾ ਦੇ ਵਿੱਚ ਹੀ ਤੁਹਾਨੂੰ ਇੱਕ ਅਜਿਹੀ ਭਾਸ਼ਾ ਦਾ ਗਿਆਨ ਦੇਣਾ ਜਿਸ ਤੋਂ ਤੁਹਾਨੂੰ ਬਹੁਤ ਡਰ ਲੱਗਦਾ ਹੈ। ਇਹ ਭਾਸ਼ਾ ਸਾਡੀ ਇੰਗਲਿਸ਼ ਦੀ ਭਾਸ਼ਾ ਹੈ, ਜਿਸ ਨੂੰ ਬੋਲਣ ਲੱਗੇ ਹਾਂ ਜਾਂ ਲਿਖਣ ਲੱਗੇ ਹਾਂ ਜਾਂ ਸਮਝਣ ਲੱਗਿਆ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ 'ਤੇ ਸਾਡੀ ਇਸ ਭਾਸ਼ਾ ਪ੍ਰਤੀ ਜਿਹੜੀ ਧਾਰਨਾ ਬਣੀ ਹੋਈ ਹੈ ਉਹ ਇਹ ਬਣੀ ਹੋਈ ਹੈ ਕਿ ਇਹ ਭਾਸ਼ਾ ਬਹੁਤ ਹੀ ਔਖੀ ਭਾਸ਼ਾ ਹੈ, ਇਸ ਨੂੰ ਸਿੱਖਿਆ ਨਹੀਂ ਜਾ ਸਕਦਾ। ਜਦੋਂ ਵੀ ਤੁਸੀਂ ਕਿਤੇ ਅਕੈਡਮੀ ਦੇ ਵਿੱਚ ਜਾਂਦੇ ਹੋ ਜਾਂ ਆਈਲੈਟਸ ਦੀ ਟ੍ਰੇਨਿੰਗ ਲਈ ਜਾਂਦੇ ਹੋ, ਸਭ ਤੋਂ ਪਹਿਲਾਂ ਆਈਲੈਟਸ ਦੀ ਟ੍ਰੇਨਿੰਗ ਵਾਲਾ ਤੁਹਾਨੂੰ ਇੱਕੋ ਹੀ ਕੁਐਸਚਨ ਪੁੱਟ ਕਰਦਾ ਹੈ ਕਿ ਆਪ ਜੀ ਨੂੰ ਟੈਂਸ ਆਉਂਦੇ ਹਨ, ਤਾਂ ਤੁਹਾਡਾ ਜਵਾਬ ਹੁੰਦਾ ਹੈ ਕਿ ਮੈਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ। ਤਾਂ ਉਹ ਤੁਹਾਡੀ ਇਸ ਗੱਲ ਦਾ ਬਹੁਤ ਫਾਇਦਾ ਉਠਾਉਂਦਾ ਹੋਇਆ ਆਪ ਜੀ ਨੂੰ ਪਹਿਲਾਂ ਟੈਂਸਾਂ ਬਾਰੇ ਜਾਣਕਾਰੀ ਦੇਣ ਲਈ ਕਹਿੰਦਾ ਹੈ ਅਤੇ ਜਿਸ ਦੇ ਉੱਤੇ ਉਹ 2-3 ਮਹੀਨੇ ਲਗਾ ਕੇ ਤੁਹਾਡੇ ਤੋਂ ਮੋਟੇ ਪੈਸੇ ਬਟੋਰਦਾ ਹੈ। ਮੈਂ ਤੇ ਮੇਰੀ ਟੀਮ ਇਹ ਉਪਰਾਲਾ ਕਰ ਰਹੀ ਹੈ ਕਿ ਜਿਹੜਾ ਟੈਂਸਾਂ ਦਾ ਕੰਮ ਹੈ ਅਸੀਂ ਤੁਹਾਨੂੰ ਬੜੇ ਛੋਟੇ ਵੀਡੀਓ ਦੇ ਮਾਧਿਅਮ ਰਾਹੀਂ ਬੜੇ ਹੀ ਸੌਖੇ ਢੰਗ ਨਾਲ ਤੁਹਾਡੀ ਹੀ ਭਾਸ਼ਾ ਦੇ ਵਿੱਚ ਤੁਹਾਨੂੰ ਸਿਖਾ ਦਈਏ। ਸੋ ਜਿਸ ਦੇ ਤਹਿਤ ਅਸੀਂ ਟੈਂਸਾਂ ਦੀ ਜਾਣਕਾਰੀ ਦੇਣੀ ਆਪ ਜੀ ਨੂੰ ਵੱਖਰੇ ਵੀਡੀਓ ਰਾਹੀਂ ਸ਼ੁਰੂ ਕੀਤੀ ਹੈ। ਪਿਆਰੇ ਵਿਦਿਆਰਥੀਓ, ਤੁਹਾਨੂੰ ਇਹ ਇਸ ਗੱਲ ਦਾ ਗਿਆਨ ਹੈ ਕਿ ਅਸੀਂ ਪਿਛਲੀ ਵੀਡੀਓਆਂ ਦੇ ਵਿੱਚ ਆਪ ਜੀ ਨਾਲ ਮੈਂ ਪ੍ਰੈਜ਼ੈਂਟ ਟੈਂਸ ਦੀ ਗੱਲ ਕਰ ਚੁੱਕਿਆ ਹਾਂ। ਤੁਸੀਂ ਇੱਕ ਟੈਂਸ ਨੂੰ ਚੰਗੀ ਤਰ੍ਹਾਂ ਸਮਝ ਲਵੋ ਤਾਂ ਉਸੇ ਟੈਂਸ ਨੂੰ ਮੁੱਖ ਰੂਪ 'ਚ ਰੱਖ ਕੇ ਤੁਸੀਂ ਪਾਸਟ ਬਾਰੇ ਅਤੇ ਫਿਊਚਰ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਸਿਰਫ ਫਰਕ ਇੰਨਾ ਪੈਂਦਾ ਹੈ, ਪ੍ਰੈਜ਼ੈਂਟ ਟੈਂਸ ਜਿਹੜਾ ਹੁੰਦਾ ਇਸ ਨੂੰ ਚਾਲੂ ਸਮਾਂ ਕਹਿ ਦਿੰਦੇ ਨੇ ਅਤੇ ਜਿਹੜਾ ਭੂਤਕਾਲ ਹੈ ਪਾਸਟ ਹੈ ਇਹਨੂੰ ਬੀਤੇ ਸਮਾਂ ਕਹਿ ਦਿੰਦੇ ਨੇ ਅਤੇ ਜਿਹੜਾ ਫਿਊਚਰ ਹੈ ਇਹਨੂੰ ਆਉਣ ਵਾਲਾ ਸਮਾਂ ਕਿਹਾ ਜਾਂਦਾ ਹੈ। ਵਾਕ ਉਹੀ ਹੁੰਦੇ ਹਨ, ਜਿਵੇਂ ਕਿ ਵਰਤਮਾਨ ਸਮੇਂ ਦੇ ਵਿੱਚ ਹੈ ਅਤੇ ਭੂਤ ਦੇ ਵਿੱਚ ਸੀ ਅਤੇ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਗਾ। ਸੋ ਇਸ ਲੜੀ ਦੇ ਤਹਿਤ ਮੈਂ ਆਪ ਜੀ ਨਾਲ ਜਿਹੜਾ ਹੈਗਾ ਪ੍ਰੈਜ਼ੈਂਟ ਟੈਂਸ ਵਾਲੀ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਸ ਦੇ ਤਹਿਤ ਮੈਂ ਅੱਜ ਆਪ ਜੀ ਨੂੰ ਪਾਸਟ ਕੰਟੀਨਿਊ ਟੈਂਸ ਦੀ ਗੱਲ ਕਰਾਂਗਾ। ਪਾਸਟ ਕੰਟੀਨਿਊ ਦਾ ਮਤਲਬ ਕੀ, ਇਸ ਗੱਲ ਦਾ ਪਤਾ ਹੀ ਹੈ ਕਿ ਜਿਹੜਾ ਪਾਸਟ ਕੰਟੀਨਿਊ ਦਾ ਮਤਲਬ ਹੀ ਲਗਾਤਾਰ ਚੱਲਣਾ। ਕੋਈ ਜਿਨ੍ਹਾਂ ਵਾਕਾਂ ਦੇ ਵਿੱਚ ਲਗਾਤਾਰ ਚੱਲਣ ਦਾ ਕੰਮ ਆਉਂਦਾ, ਪਰ ਇਹਨਾਂ ਵਾਕਾਂ ਦੇ ਵਿੱਚ ਸਾਨੂੰ ਪੂਰਨ ਰੂਪ 'ਚ ਕਲੀਅਰ ਨਹੀਂ ਹੁੰਦਾ ਕਿ ਕੋਈ ਚਾਹੇ ਉਹ ਪ੍ਰੈਜ਼ੈਂਟ ਦਾ ਕੰਟੀਨਿਊ ਹੈ, ਚਾਹੇ ਪਾਸਟ ਦਾ ਕੰਟੀਨਿਊ ਹੈ, ਚਾਹੇ ਫਿਊਚਰ ਦਾ ਕੰਟੀਨਿਊ ਹੈ। ਭਾਵ ਇਹਦੇ ਵਿੱਚ ਜਿਹੜਾ ਕੰਮ ਹੈ ਰੈਗੂਲਰ ਹੁੰਦਾ ਹੈਗਾ, ਰੈਗੂਲਰ ਚੱਲ ਰਿਹਾ ਹੁੰਦਾ। ਹੁਣ ਇੱਥੇ ਪਾਸਟ ਕੰਟੀਨਿਊ ਦੀ ਗੱਲ ਕੀਤੀ ਹੈ, ਭਾਵ ਭੂਤਕਾਲ ਦਾ ਲਗਾਤਾਰ ਚੱਲਣਾ। ਇਹੋ ਜਿਹੇ ਵਾਕ ਨੇ ਜਿਹੜੇ ਇਹਨਾਂ ਵਾਕਾਂ ਦੀ ਜਿਹੜੀ ਪਛਾਣ ਹੈਗੀ, ਇਹਨਾਂ ਵਾਕਾਂ ਦੇ ਅੰਤ ਦੇ ਵਿੱਚ ਰਿਹਾ ਸੀ, ਰਹੇ ਸਨ ਲੱਗਿਆ ਹੁੰਦਾ। ਹੁਣ ਮੈਂ ਪ੍ਰੈਜ਼ੈਂਟ 'ਚ ਇਹੀ ਵਾਕ ਹੁੰਦੇ ਨੇ, ਕੰਟੀਨਿਊ ਦੇ ਵਿੱਚ ਹੈ ਹੁੰਦਾ, ਹਨ ਹੁੰਦਾ, ਪਰ ਪਾਸਟ ਕੰਟੀਨਿਊ ਦੇ ਵਿੱਚ ਜਦੋਂ ਪਾਸਟ ਟੈਂਸ ਲੱਗ ਜਾਂਦਾ ਹੈ ਤਾਂ ਉਹਨਾਂ ਦੇ ਬੈਗ ਦੇ ਵਿੱਚ ਰਿਹਾ ਸੀ, ਰਹੇ ਸਨ ਲੱਗਿਆ ਹੁੰਦਾ ਹੈ। ਅਜਿਹੇ ਵਾਕਾਂ ਨੂੰ ਅਸੀਂ ਪਾਸਟ ਕੰਟੀਨਿਊ ਦੀ ਕੈਟਾਗਰੀ ਵਿੱਚ ਰੱਖਦੇ ਹਾਂ। ਰੂਲ ਨੰਬਰ 1 ਕੀ ਕਹਿੰਦਾ ਹੈ ਕਿ ਜਦੋਂ ਅਸੀਂ ਇਹਨੂੰ ਇੰਗਲਿਸ਼ ਦੇ ਵਿੱਚ ਬਣਾਉਣਾ ਹੈ, ਟ੍ਰਾਂਸਲੇਸ਼ਨ ਕਰਨੀ ਹੈ, ਤਾਂ ਸਭ ਤੋਂ ਪਹਿਲਾਂ ਸਬਜੈਕਟ, ਫਿਰ ਬਾਜ਼ਵਰਡ, ਫਿਰ ਵਰਬ ਦੀ ਪਹਿਲੀ ਫਾਰਮ ਨਾਲ ਇੰਗ ਅਤੇ ਆਬਜੈਕਟ। ਹੁਣ ਮੈਂ ਤੁਹਾਡੇ ਨਾਲ ਇੱਥੇ ਗੱਲ ਕਰਾਂਗਾ ਕਿਉਂਕਿ ਇੱਥੇ ਹੁਣ ਬਾਜ਼ ਤੇ ਵਰਬ ਦਾ ਪ੍ਰਯੋਗ ਆ ਗਿਆ। ਹੁਣ ਜਿਹੜੇ ਸਾਡੇ ਸਬਜੈਕਟ ਨੇ ਆਈ, ਵੀ, ਯੂ, ਦੇ, ਬਹੁਵਚਨ ਹੀ, ਸ਼ੀ, ਇਟ, ਐਨੀ ਨੇਮ, ਇਹ ਸਾਡੇ ਸਬਜੈਕਟ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਆਈ ਅਤੇ ਹੀ, ਸ਼ੀ, ਇਟ, ਐਨੀ ਨੇਮ, ਇਹਨਾਂ ਦੇ ਨਾਲ ਲੱਗੇਗਾ ਵਾਜ਼ ਅਤੇ ਵੀ, ਯੂ, ਦੇ, ਬਹੁਵਚਨ ਇਹਦੇ ਨਾਲ ਲੱਗੇਗਾ ਵਰਬ। ਇਸ ਗੱਲ ਦਾ ਧਿਆਨ ਰੱਖਿਓ, ਜਿਹੜਾ ਹੈਗਾ ਸਾਡਾ ਵਾਜ਼ ਅਤੇ ਵਰਬ ਦਾ ਪ੍ਰਯੋਗ ਜਿਹੜਾ ਹੋਣਾ ਹੈ ਆਈ, ਹੀ, ਸ਼ੀ, ਇਟ, ਐਨੀ ਨੇਮ, ਇਹਨਾਂ ਦੇ ਨਾਲ ਲੱਗਣਾ ਹੈ ਵਾਜ਼ ਅਤੇ ਵੀ, ਯੂ, ਦੇ, ਬਹੁਵਚਨ ਇਹਨਾਂ ਦੇ ਨਾਲ ਲੱਗਣਾ ਹੈ ਵਰਬ ਅਤੇ ਵਰਬ ਦੀ ਪਹਿਲੀ ਫਾਰਮ ਨਾਲ ਇੰਗ ਅਤੇ ਬਾਅਦ ਦੇ ਵਿੱਚ ਆਬਜੈਕਟ। ਆਬਜੈਕਟ ਦੀ ਗੱਲ ਮੈਂ ਤੁਹਾਨੂੰ ਪਹਿਲੇ ਕਰ ਚੁੱਕੀ ਹਾਂ ਕਿ ਜਿਹੜਾ ਆਈ ਆ ਉਹ ਮੀ 'ਚ ਬਦਲ ਜਾਂਦਾ ਹੈ, ਜਿਹੜਾ ਯੂ ਹੀ ਰਹਿੰਦਾ ਹੈ, ਜਿਹੜਾ ਵੀ ਆ ਉਹ ਅਸ ਬਦਲ ਜਾਂਦਾ ਹੈ, ਜਿਹੜਾ ਦੇ ਹੈ ਦੈਮ 'ਚ ਬਦਲ ਜਾਂਦਾ ਹੈ, ਜਿਹੜਾ ਹੀ ਹੈ ਹਿਮ 'ਚ ਬਦਲ ਜਾਂਦਾ ਹੈ, ਸ਼ੀ ਹੈ ਹਰ 'ਚ ਬਦਲ ਜਾਂਦਾ ਹੈ ਅਤੇ ਇਟ 'ਚ ਰਹਿੰਦਾ ਹੈ। ਸੋ ਇਹ ਜਿਹੜੇ ਸਾਡੇ ਨੇਮ ਹੈ, ਨੇਮ ਹੀ ਜੇ ਨੇਮ ਦਾ ਨੇਮ ਰਹਿੰਦਾ, ਇਹ ਸਾਡੇ ਜਦੋਂ ਸਬਜੈਕਟ ਜਦੋਂ ਕੋਈ ਸਬਜੈਕਟ ਆਉਂਦਾ ਹੈ ਜਦੋਂ ਆਬਜੈਕਟ ਰੂਪ 'ਚ ਚੇਂਜ ਹੋ ਜਾਂਦੇ ਨੇ। ਸੋ ਤੁਸੀਂ ਦੇਖੋ ਜੋ ਸਿੰਪਲ ਵਾਕ ਹੈ ਪਾਸਟ ਦਾ, ਸਿੰਪਲ ਸੈਂਟੈਂਸ ਹਾਂ ਬਚ ਗਿਆ, ਇਹਨਾਂ ਵਾਕਾਂ ਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ, ਫਿਰ ਬਾਜ਼ਵਰਡ, ਫਿਰ ਵਰਬ ਦੀ ਪਹਿਲੀ ਫਾਰਮ ਨਾਲ ਇੰਗ, ਫਿਰ ਆਬਜੈਕਟ। ਹੁਣ ਦੇਖੋ ਉਹ ਪੱਤਰ ਲਿਖ ਰਹੀ ਸੀ, ਸਿੰਪਲ ਹੈ, ਉਹ ਪੱਤਰ ਲਿਖ ਰਹੀ ਸੀ, ਕੁੜੀ ਹੈ, ਉਹ ਪੱਤਰ ਲਿਖ ਰਹੀ ਸੀ ਤਾਂ ਇੱਥੇ ਕੀ ਆ ਗਿਆ, ਸ਼ੀ ਵਾਜ਼ ਰਾਈਟਿੰਗ ਏ ਲੈਟਰ। ਹੁਣ ਜੇ ਇੱਥੇ ਲੜਕਾ ਆ ਜਾਂਦਾ ਉਹ ਪੱਤਰ ਲਿਖ ਰਿਹਾ ਸੀ ਤਾਂ ਉਹਨੇ ਲਿਖ ਦਿੰਦੇ ਹੀ ਵਾਜ਼ ਰਾਈਟਿੰਗ ਏ ਲੈਟਰ।
दूसरा आ गया मुंडे नदी विच तैर रहे सन। हुण इत्थे बहुवचन है, ਜਿਹੜੇ सन आ गया बहुवचन है तो बहुवचन नाल बार लगना है कि अगर बॉयज वर स्विमिंग इन द रिवर, बॉयज वर स्विमिंग इन द रिवर, ਉਹ ਸਾਰੇ ਤਾੜੀ ਵਜਾ ਰਹੇ ਸਨ। ਹੁਣ ਇੱਥੇ ਵੀ ਦੇਖੋ ਬਹੁਵਚਨ ਹੈ, सन आ गया, ਉਹ ਸਾਰੇ ਦੇ वर क्लैपिंग ऑल। ਇਹ ਦੋ ਤਰ੍ਹਾਂ ਨਾਲ ਅਸੀਂ ਬਾਤ ਬਣਾ ਸਕਦੇ ਹਾਂ। ਹੁਣ ਜਿਹੜਾ ऑल है ऑब्जेक्ट ਪਿੱਛੇ ਲੈ ਗਏ, ਦੇ वर क्लैपिंग ऑल, ਜਾਂ ਇੱਦਾਂ ਵੀ ਬਣਾ ਸਕਦੇ ਹਾਂ ਦੇ वर ऑल क्लैपिंग। सो कई वाक है जो होंगे जिन्होंने असं सबजैक्ट अगे पिछे जो ऑबजैक्ट अगे पिछे भी हो जाए। सो रूल नंबर 2 जो कहता है कि जो साढ़े नैगेटिव सेंटेंसिस वाक आ जाते हैं जिन्होंने नैगेटिव का प्रयोग किया जाता, नॉट वाले आ जाते हैं, तो अजिहे वाकों के वर वाज और वर के नाल नॉट। रूल की कहते हैं, सब तो पहला सबजैक्ट प्लस फिर वाज ओब्लिक वर प्लस नॉट प्लस वर की पहली फॉर्म वाला इंग फिर ऑबजैक्ट। मतलब इतने वही रिपीटेशन है कि आई ही शी इट एनी नेम दे नाल वाज नॉट अते वी यू दे बहुवचन दे नाल वर नॉट। मैं तुहानूं बार बार सबजैक्टां दा रिपीटेशन क्यों करा रहा, बार बार सबजैक्टां दी रिपीटेशन इस करके करा रहा है कि तुहानूं वाज अते वर ਦਾ ਪ੍ਰਯੋਗ ਕਰਨ ਲੱਗਿਆ ਕਿਸੇ ਕਿਸਮ ਦਾ ਕੋਈ ਭੁਲੇਖਾ ਨਾ ਪਵੇ। ਕਿਉਂਕਿ ਆਮ ਤੌਰ 'ਤੇ ਸਾਨੂੰ ਇੰਗਲਿਸ਼ ਨੂੰ ਸਿੱਖਣ ਲੱਗਿਆ ਕਈ ਵਾਰ ਸਾਡੇ ਜਿਹੜੇ ਹੈਲਪਿੰਗ ਵਰਬ ਨੇ ਨਾ, ਹੈਲਪਿੰਗ ਵਰਬ ਲਿਖਣ ਲੱਗੇ ਅਸੀਂ ਗਲਤੀਆਂ ਕਰ ਜਾਂਦੇ ਹਾਂ। ਸੋ ਜਿਵੇਂ ਦੇਖੋ ਇਹਦੇ ਵਿੱਚ ਅਧਿਆਪਕ ਪਾਠ ਨਹੀਂ ਪੜ੍ਹਾ ਰਿਹਾ ਸੀ, ਹੁਣ ਇਹ ਪੜ੍ਹਾਉਣ ਦਾ ਟੀਚ ਹੁੰਦਾ ਹੈਗਾ, ਟੀਚਿੰਗ ਬਣ ਗਿਆ। ਅਧਿਆਪਕ ਕੌਣ ਦਾ ਟੀਚਰ, ਦਾ ਟੀਚਰ ਵਾਜ਼ ਨਾਟ ਟੀਚਿੰਗ ਦਾ ਲੈਸਨ, ਦਾ ਟੀਚਰ ਵਾਜ਼ ਨਾਟ ਟੀਚਿੰਗ ਦਾ ਲੈਸਨ। ਕਿਉਂਕਿ ਅਧਿਆਪਕ ਹੈ ਥਰਡ ਪਰਸਨ, ਉਹ ਸੱਚ ਨਹੀਂ ਬੋਲ ਰਹੇ ਸਨ, ਉਹ ਸੱਚ ਨਹੀਂ ਬੋਲ ਰਹੇ ਸਨ, ਉਹ ਜ਼ਿਆਦਾ ਹੁਣ ਉਹ सन ਆ ਗਿਆ, ਜ਼ਿਆਦਾ ਆ ਗਿਆ। ਦੇ ਵਰ ਨਾਟ ਟੈਲਿੰਗ ਦਾ ਟਰੂਥ, ਦੇ ਵਰ ਨਾਟ ਟੈਲਿੰਗ ਦਾ ਟਰੂਥ। ਉਹ ਭਿਖਾਰੀ ਦਾ ਮਜ਼ਾਕ ਨਹੀਂ ਉਡਾ ਰਹੇ ਸਨ, ਉਹ ਭਿਖਾਰੀ ਦਾ ਮਜ਼ਾਕ ਨਹੀਂ ਉਡਾ ਰਹੇ ਸਨ ਕਿ ਅਗਰ ਦੇ ਵਰ ਨਾਟ ਮੇਕਿੰਗ ਫਨ ਆਫ ਬੈਗਰ। ਸੋ ਜਿਹੜੇ ਬਾਤ ਨੇ ਜਦੋਂ ਅਸੀਂ ਵਾਕਾਂ ਨੂੰ ਟ੍ਰਾਂਸਲੇਸ਼ਨ ਕਰਦੇ ਹਾਂ ਤਾਂ ਟ੍ਰਾਂਸਲੇਸ਼ਨ ਕਰਨ ਲੱਗਿਆਂ ਥੋੜ੍ਹਾ ਜਿਹਾ ਸਾਡੇ ਮਨ ਦੇ ਅੰਦਰ ਅਸੀਂ ਦਿਮਾਗ 'ਤੇ ਬੋਝ ਪਾਉਣਾ ਹੈ ਕਿ ਇਹਦੀ ਇੰਗਲਿਸ਼ ਕੀ ਹੈ, ਇਸ ਦੀ ਇੰਗਲਿਸ਼ ਕੀ ਹੈ। ਜਦੋਂ ਇੰਗਲਿਸ਼ ਨੂੰ ਪੰਜਾਬੀ ਦੇ ਉੱਤੇ ਅਸੀਂ ਇੰਗਲਿਸ਼ ਲਿਖ ਲਵਾਂਗੇ ਤਾਂ ਸਾਨੂੰ ਉਹਦੀ ਟ੍ਰਾਂਸਲੇਸ਼ਨ ਕਰਨ ਲੱਗਿਆ ਕਿਸੇ ਕਿਸਮ ਦੀ ਕੋਈ ਵੀ ਔਕੜ ਨਹੀਂ ਆਵੇਗੀ। ਰੂਲ ਨੰਬਰ 3 ਹੈਗਾ ਸਾਈਨ ਆਫ ਇੰਟੈਰੋਗੇਸ਼ਨ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਇੰਟੈਰੋਗੇਟਿਵ ਬਾਰ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਵਾਜ਼ ਵਰ प्लस सबजैक्ट आंदा, फिर जो नैगेटिव है तो नॉट, जो नैगेटिव नहीं है फिर प्लस वर्ब की पहली फॉर्म नाल इंग, फिर ऑबजैक्ट ते एंड दे विच साइंड ऑफ इंटरोगेशन। जो साइंड ऑफ इंटरोगेशन असीं आम तौर पर क्वेश्चन वाच के जोड़े वाक ने, प्रश्न वाच जोड़े वाक ने, इन्हां असीं साइंड ऑफ इंटरोगेशन जोड़ा साइन चिन्ह पाउणा भुल जाते, जिस कारण साडा लिखण लग कई बार अद्धे मार्क्स घट जाते हैं। सो की मुंडे शोर मचा रहे सन, की मुंडे शोर मचा रहे सन। हुण देखो ज़्यादा आ गए मुंडे वर दे वॉइस मेकिंग एडवाइस, साइन ऑफ इंटरोगेशन। की वो किताब पढ़ रही सी, की वो किताब लड़की आ गई, की वो कि वाज शी रीडिंग ए बुक, पिछे साइन ऑफ इंटरोगेशन। की सीता कपड़े धो रही सी, वाज सीता वाशिंग द क्लोथ, वाज सीता वाशिंग द क्लोथ। सो मैं एक बार फिर तुहानूं रिपीट कर देवां कि जिहड़े साडे वाकां दे अंत दे विच ਰਿਹਾ ਸੀ, ਰਹੇ ਸਨ ਆ ਜਾਂਦਾ ਹੈ, ਉਹ ਵਾਕ ਸਾਡੇ ਪਾਸਟ ਕੰਟੀਨਿਊ ਦੀ ਕੈਟਾਗਰੀ ਵਿੱਚ ਆਉਂਦੇ ਹਨ ਅਤੇ ਪਾਸਟ ਕੰਟੀਨਿਊ ਅਖਵਾਉਂਦੇ ਹਨ। ਅਤੇ ਇਹਨਾਂ ਨੂੰ ਬਣਾਉਣ ਲੱਗੇ ਜਿਹੜੇ ਸਾਡੇ ਹਾਂ ਬਾਕੀ ਵਾਕ ਨੇ ਉਹਨਾਂ ਦੇ ਵਿੱਚ ਸਬਜੈਕਟ ਦੇ ਨਾਲ ਵਾਜ਼ਵਰ, ਫਿਰ ਪਲੱਸ ਵਰਬ ਦੀ ਪਹਿਲੀ ਫਾਰਮ ਵਾਲਾ ਇੰਗ, ਫਿਰ ਆਬਜੈਕਟ ਦਾ ਪ੍ਰਯੋਗ ਕੀਤਾ ਜਾਂਦਾ ਹੈ। ਨੈਗੇਟਿਵ ਵਾਕਾਂ ਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ, ਫਿਰ ਵਾਜ਼ ਵਰਬ ਨॉट, ਫਿਰ ਵਰਬ ਦੀ ਪਹਿਲੀ ਫਾਰਮ प्लस ऑबजैक्ट का प्रयोग किया जाता है। रूल नंबर 3 जो है इंटरोगेटिव सेंटेंसिस जिन्हों के वाज और बारे जो सबजैक्ट तो पहला आता है, उस तो बाद जो नैगेटिव का नॉट, जो सिंपल है फिर वर्ब की पहली फॉर्म नाल इंग और ऑबजैक्ट अंत के साइन ऑफ इंटरोगेशन का प्रयोग। सो प्यारे विद्यार्थी जो असीं माड़ियां छोटी छोटियां बरीकी इंग्लिश सीखने वास्ते बड़ी लेबर नहीं, माड़ा जिहा तुहानूं बरीकी नाल जाना पएगा कि इत्थे असीं टेंस के अकॉर्डिंग किहड़ा वाक किहड़ा वर्ब यूज करना है जां किहड़ा हैल्पिंग वर्ब लाउणा है। जो सानूं इन्हां गल्लां दा ज्ञान हो गया तो असीं बड़े ही सौखे ढंग नाल इंग्लिश नूं बड़े ईजी वे नाल सीख सकते। क्योंकि साडा मेन मकसद तुहानूं ईजी वे नाल इंग्लिश सिखाउण दा है, थोड़ी मात भाषा दे विच इंग्लिश सिखाउण दा वे है साडा, क्योंकि बच्चा माँ बोली विच सब कुछ बहुत जल्दी सीखदा है। इसलिए असीं तुहाडी फैसिलिटी नूं तुहाडे मुख नूं देखदियां होइआं असीं जिहड़ी इंग्लिश हैगी तुहाडी मात भाषा सिखाउण दा यतन करदे हां।
ਹੁਣ ਪ੍ਰੈਕਟਿਸ ਦੇ ਤੌਰ ਤੇ ਮੈਂ ਤੁਹਾਨੂੰ ਕੁਝ 10 ਸੈਂਟੈਂਸ ਬੋਲਦਾ, ਉਹ ਤੁਸੀਂ ਪ੍ਰੈਕਟਿਸ ਕਰਕੇ ਵੇਖਣੀ ਹੈ ਕਿ ਤੁਸੀਂ ਇੰਗਲਿਸ਼ ਬਣਾ ਸਕਦੇ ਹੋ। ਨੰਬਰ 1, ਉਹ ਰੌਲਾ ਪਾ ਰਹੇ ਸਨ। ਨੰਬਰ 1, ਉਹ ਰੌਲਾ ਪਾ ਰਹੇ ਸਨ। ਨੰਬਰ 2, ਮੈਂ ਕਹਾਣੀ ਲਿਖ ਰਿਹਾ ਸੀ। ਮੈਂ ਕਹਾਣੀ ਲਿਖ ਰਿਹਾ ਸੀ। ਨੰਬਰ 3, ਰੋਗੀ ਦਰਦ ਦੇ ਮਾਰੇ ਚੀਕ ਰਿਹਾ ਸੀ। ਰੋਗੀ ਦਰਦ ਦੇ ਮਾਰੇ ਚੀਕ ਰਿਹਾ ਸੀ। ਹੁਣ ਦਰਦ ਦੀ ਪੇਨ ਹੁੰਦੀ ਹੈਗੀ, ਔਰ ਚੀਕਣ ਦਾ ਹੁੰਦਾ ਕ੍ਰਾਈਂਗ। ਗੀਤਾ ਉਛਲ ਰਹੀ ਸੀ। ਗੀਤਾ ਉਛਲ ਰਹੀ ਸੀ। ਉਛਲਣਾ ਹੁੰਦਾ ਜੰਪਿੰਗ। ਅੱਗੇ ਆ ਗਿਆ, ਰਾਮ ਹੱਸ ਨਹੀਂ ਰਿਹਾ ਸੀ। मैं बहुत छोटे छोटे वाक ਤੁਹਾਨੂੰ बड़े सिंपल बड़े सरल वाक दे रहा एक कि कह गया राम हस नहीं रहा सी। ओह खाना नहीं बना रही सी। ओह कहानी नहीं लिख रही सी। मैं आराम नहीं कर रहा सी। कि सीता हस रही सी। कि बच्चे खेड रहे सन। कि लड़कियां टप रही सन। कि नौकर कमरे विच झाड़ू लगा रहा सी। सो ये जिहड़े वाक ने तुहानूं मैं जिहड़े छोटे छोटे वाक ने तुहानूं मैं लिखाए ने, इन्हां तुसीं इंग्लिश दे विच ट्रांसलेशन करके वेखो कि तुहानूं इंग्लिश दे विच ट्रांसलेशन बड़े छोटे छोटे वाक ने। तुसीं जे तुसीं ये ट्रांसलेशन करनी सीख गए तो तुहाडा घर बहुत नेड़े है कि तुसीं इंग्लिश नूं बहुत जल्दी सीख लवोगे। सो प्यारे विद्यार्थी, तुसीं वध तो वध चैनल नूं सबसक्राइब करो ਅਤੇ ਇਸ ਨੂੰ ਕੀ ਕਹਿੰਦੇ ਨੇ शेयर भी करो। शेयर ਕਰਨ ਤੋਂ ਬਾਅਦ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋ ਤੇ ਇਸ ਨੂੰ ਲਾਈਕ ਵੀ ਕਰੋ ਤਾਂ ਜੋ ਤੁਹਾਡਾ ਦਾ ਭਲਾ ਹੋਵੇ ਤੇ ਹੋਰਾਂ ਦਾ ਭਲਾ ਹੋ ਸਕੇ। ਧੰਨਵਾਦ।